ਲੈਂਦੇ ਹੋ ਆਪਣੀ ਇਲੈਕਸ਼ਨ? ਕੈਂਟ ਹਲਕਾ ਇੱਕ ਐਸਾ ਹਲਕਾ ਹੈ ਜਿਹੜਾ ਸਾਰਿਆਂ ਨਾਲੋਂ ਨਫੀਸ, ਵਧੀਆ, ਨਵੇਂ ਲੋਕ, ਚੰਗੇ ਲੋਕ ਅਤੇ ਸਾਰੀ ਆਬਾਦੀ ਦੂਜੇ ਸ਼ਹਿਰਾਂ ਦੀ ਕੈਂਟ 'ਚ ਹੀ ਆਈ ਹੈ ਅਤੇ ਉਹ ਬੜਾ ਪਿਆਰਾ ਹਲਕਾ ਹੈ। ਪਰ 3 MLA, 2 ਪ੍ਰਗਟ ਦੀਆਂ ਟਰਮ, 1 ਜਗਮੀਤ ਦੀ ਟਰਮ, ਜਿਹਨੇ ਬਿਲਕੁਲ ਸਾਰਾ ਬੇਹਾਲ ਕਰ ਦਿੱਤਾ। ਅਤੇ ਮੈਂ ਉਸ ਪਿਆਰੇ ਜਿਹੇ ਹਲਕੇ ਦੀ ਸੇਵਾ ਹਾਰ ਕੇ ਵੀ ਕਰਦਾ ਰਿਹਾ ਅਤੇ ਗਾਂਹ ਬਣ ਕੇ ਵੀ ਕਰਨੀ ਹੈ, ਅਤੇ ਮੈਂ ਸ਼ਰਧਾ ਨਾਲ ਉਹ ਹਲਕਾ ਆਪਣੇ ਕੋਲ ਰੱਖ ਕੇ ਚੋਣ ਲੜੀ ਹੈ। ਗੱਲ ਕਰੀਏ ਅਸੀਂ ਤੁਹਾਡੇ ਹਲਕੇ ਦੀ, ਤੁਸੀਂ ਕਾਫੀ ਦੇਰ ਦੇ ਹਲਕੇ ਨਾਲ ਜੁੜੇ ਹੋਏ ਹੋ। ਕਿਸ ਤਰ੍ਹਾਂ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ ਇਸ ਵੇਲੇ ਹਲਕੇ ਨੂੰ ਫੇਸ ਕਰਨੀਆਂ ਪੈ ਰਹੀਆਂ? ਇੱਕ ਤਾਂ ਹਲਕੇ 'ਚ ਕੋਈ ਡਿਵੈਲਪਮੈਂਟ ਨਹੀਂ ਹੋਈ, ਇਹ ਸਾਰੇ ਹੀ ਵੈਸੇ ਕਹਿੰਦੇ ਨੇ ਇੱਕ ਦੂਜੇ ਨੂੰ, ਪਰ ਸਾਡੇ ਹਲਕੇ ਨੂੰ ਜੇ ਤੁਸੀਂ ਅੱਜ ਕੱਲ੍ਹ ਕਿਤੇ ਕਵਰ ਕਰ ਲਓ ਫਿਰ ਦਿਖਾਉਣ ਦਾ ਫਾਇਦਾ ਹੈ। ਪਹਿਲੀ ਗੱਲ ਤਾਂ 66 ਫੁੱਟੀ ਰੋਡ ਨੂੰ ਇੰਨਾ ਬਕਵਾਸ ਤਰੀਕੇ ਨਾਲ ਟਰੀਟ ਕਰਾਇਆ ਕਿ ਸਾਰਾ ਕੁਝ ਬੰਦ ਕਰਤਾ। ਸਿਰਫ ਇਲੈਕਸ਼ਨ ਦੇ ਦੌਰ ਦੇ ਵਿੱਚ ਆ ਕੇ ਉਹਨੂੰ ਸ਼ੁਰੂ ਕਰਵਾਇਆ। ਸਾਡੇ ਵੇਲੇ ਦਾ ਪ੍ਰੋਜੈਕਟ ਪਾਸ ਹੋਇਆ, ਸਮਾਰਟ ਸਿਟੀ ਦੇ ਪੈਸੇ ਆਏ ਅਤੇ ਪ੍ਰਗਟ ਸਿੰਘ ਨੇ ਝੂਠਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕੀਤੀ ਹੈ। ਜਿਹੜਾ ਫੰਡ ਸਮਾਰਟ ਸਿਟੀ ਦਾ ਆਇਆ ਜੀ, ਉਹ ਕਿੰਨਾ ਕੁ ਫੰਡ ਹੈ ਜੀ? ਕਿੰਨੇ ਕੋਈ ਫਿਗਰਸ ਹੈ? ਨਹੀਂ ਦੱਸੀ ਜਾ ਸਕਦੀ ਹੁੰਦੀ ਅਪਰੋਕਸੀਮੇਟਲੀ ਜਦੋਂ ਸਾਰਾ ਹੀ ਨਹੀਂ, ਸਮਾਰਟ ਸਿਟੀ ਦਾ ਪੈਸਾ ਹੀ ਸਾਰਾ ਸਮਾਰਟ ਸਿਟੀ ਦਾ ਆਇਆ। ਪੰਚਾਇਤਾਂ ਕੋਲ ਵੀ ਜਿਹੜਾ ਪੈਸਾ ਨਾ ਸਿੱਧੇ ਤੌਰ 'ਤੇ ਉਹ ਸਾਰਾ ਸੈਂਟਰ ਤੋਂ ਆਇਆ। ਇਹ ਸਿਰਫ ਆਪਣੇ ਨੰਬਰ ਬਣਾਉਂਦੇ ਹੁੰਦੇ ਸੀ, ਹੁਣ ਸੈਂਟਰ ਨੇ ਸਿੱਧਾ ਭੇਜਣਾ ਸ਼ੁਰੂ ਕਰ ਦਿੱਤਾ ਕਿ ਸਿੱਧਾ ਸਰਪੰਚਾਂ ਕੋਲ ਜਾਵੇ, DC ਦੇਵੇ, ਇਹ ਵਿੱਚੋਂ ਨਿਕਲਣ, ਕਿਉਂਕਿ ਲਾਉਂਦੇ ਹੀ ਨਹੀਂ ਸੀ, ਸਾਰਾ ਪੈਸਾ ਖੁਰਦ-ਬੁਰਦ ਕਰਦੇ ਸੀ। ਅੱਜ ਸੰਸਾਰਪੁਰ ਨੇ ਬੰਦ ਕਰਤਾ ਉੱਥੇ ਪ੍ਰਗਟ ਸਿੰਘ ਦਾ ਬਣਨਾ। ਦੀਪਨਗਰ 'ਚੋਂ ਦੀ ਬੜੀ ਪ੍ਰੋਬਲਮ ਆਈ ਹੈ, ਉਹਨੂੰ ਹਰ ਜਗ੍ਹਾ ਪ੍ਰੋਬਲਮ ਆ ਰਹੀ ਹੈ, ਪਰ ਲੇਕਿਨ ਬਹੁਤ ਬੁਰਾ ਹਾਲ ਹੈ। ਇਹ ਵੀ ਨਹੀਂ ਅਤੇ ਜਿਹੜਾ ਉਹ ਜਗਬੀਰ ਅਕਾਲੀ ਦਲ 'ਚ ਆਇਆ 10 ਸਾਲਾਂ ਬਾਅਦ, ਉਹ ਵੀ ਸਾਰਾ ਕੁਛ ਕਰ ਕੁਰ ਕੇ 4.5 ਸਾਲ ਬਾਅਦ ਚਲਾ ਗਿਆ ਸੀ PP 'ਚ, PP ਤੋਂ ਬਾਅਦ ਕਾਂਗਰਸ 'ਚ, ਕਾਂਗਰਸ ਤੋਂ ਬਾਅਦ ਇੱਥੇ ਚੋਣ ਲੜੀ, ਜਦੋਂ ਨਹੀਂ ਜਿੱਤਿਆ ਫਿਰ ਦੁਬਾਰਾ ਨਕੋਦਰ ਚਲਾ ਗਿਆ, ਉੱਥੇ 2 ਧੜੇਬੰਦੀਆਂ ਬਣਾ ਕੇ ਆ ਗਿਆ। ਇੱਥੇ ਵੀ ਇਹੋ ਕੁਛ ਹੀ ਕਰੇਗਾ। ਤੁਸੀਂ ਕਿਹੜੇ ਵਿਜ਼ਨ ਨੂੰ ਲੈ ਕੇ ਜਾ ਰਹੇ ਹੋ ਆਪਣੇ ਹਲਕੇ ਦੇ ਵਿੱਚ? ਤੁਹਾਡੀ ਸੇਵਾ ਹੁੰਦੀ ਹੈ। ਕਰੋਨਾ ਆ ਗਿਆ, ਕਰੋਨਾ ਦੀ ਸੇਵਾ ਕੀਤੀ। ਮੇਰੀਆਂ ਹੀ ਗੱਡੀਆਂ, ਮੇਰੇ ਹੀ ਟੈਂਕਰ ਪ੍ਰਾਈਵੇਟ ਦੇ ਤੌਰ 'ਤੇ ਸੈਨੀਟਾਈਜ਼ਰ ਕਰਦੇ ਰਹੇ। ਲੰਗਰ ਰੋਜ਼ ਦੇਗਾਂ ਉੱਤੇ ਰੱਖਣੀਆਂ, ਘਰ ਆਇਆਂ ਨੂੰ ਰਾਸ਼ਨ ਦੇਣਾ। ਜੋ ਡਾਕਟਰ ਦਾਖਲ ਨਾ ਕਰ ਸਕੇ 84 ਪੇਸ਼ੈਂਟ ਮੈਂ ਇੱਕ ਦਿਨ 'ਚ ਦਾਖਲ ਕਰਾਏ ਨੇ। ਇਹ ਨਹੀਂ ਨਿਕਲੇ, MLA ਬਣ ਗਏ ਅਤੇ ਅਸੀਂ ਕਿਸੇ ਤਰ੍ਹਾਂ ਨਾਲ ਰਹਿ ਗਏ, ਪਰ ਲੇਕਿਨ ਅਸੀਂ ਸੇਵਾ ਕੀਤੀ ਵੀ ਲੋਕ ਸਾਨੂੰ ਜੋੜ ਲੈਣ, ਲੋਕ ਸਾਨੂੰ ਨਾਲ ਲੈ ਲੈਣ, ਅਤੇ ਉਹ ਰੱਬ ਨੇ ਸਿੱਧੀਆਂ ਪਾਈਆਂ। ਕਿਉਂਕਿ ਅਕਾਲੀ ਦਲ ਨੇ ਥੋੜ੍ਹਾ ਜਿਹਾ ਗਲਤ ਕੰਮ ਕੀਤਾ ਅਤੇ ਕਿਸੇ ਲਾਲਚ ਆ ਕੇ ਸੀਟ ਕਿਸੇ ਦੂਜੇ ਬੰਦੇ ਨੂੰ ਦੇ ਦਿੱਤੀ, ਅਤੇ ਮੈਂ ਫਿਰ ਵਿਆਹ ਤਾਂ ਆਰਾਮ ਨਾਲ ਗਿਆ ਸੀ ਵੀ ਕੋਈ ਲੋੜ ਨਹੀਂ ਟਿਕਟ ਦੀ, ਕੋਈ ਗੱਲ ਨਹੀਂ, ਉੱਦਾਂ ਸੇਵਾ ਕਰਾਂਗੇ। ਪਰ ਮੈਂ ਜੁਆਇਨ ਤਾਂ ਕੀਤੀ ਭਾਰਤੀ ਜਨਤਾ ਪਾਰਟੀ। ਭਾਰਤੀ ਜਨਤਾ ਪਾਰਟੀ ਨੇ ਮੈਨੂੰ ਟਿਕਟ ਦੇ ਦਿੱਤੀ। ਹੋਰ ਵੀ 4 ਬੰਦੇ ਮੰਗਦੇ ਸੀ, ਮੇਰੇ ਭਰਾ ਨੇ, ਉਹ ਮੰਗਣ ਦਾ ਹੱਕ ਹੈ ਸਾਰਿਆਂ ਨੂੰ, ਪਰ ਗੁਰੂ ਨੇ ਕਿਰਪਾ ਕੀਤੀ, ਸਾਨੂੰ ਟਿਕਟ ਮਿਲ ਗਈ। ਅਸੀਂ ਹਲਕਾ ਜਿੱਤ ਕੇ ਭਾਜਪਾ ਦੀ ਝੋਲੀ ਪਾਵਾਂਗੇ ਅਤੇ ਡਿਵੈਲਪਮੈਂਟ ਦਾ ਪੈਸਾ ਲਿਆ ਕੇ ਜੋ ਛਾਉਣੀ ਦੇ ਵਿੱਚ ਆਰਮੀ ਦੇ ਤੌਰ 'ਤੇ ਸੁਧਾਰ ਹੋਣੇ ਚਾਹੀਦੇ ਨੇ, ਉਹਦੇ ਵਿੱਚ ਪਹਿਲਾਂ ਤਾਂ ਪੈਰਾਫੇਰੀ ਜਿਹੜੀ ਬਣੀ ਹੋਈ ਹੈ ਉਹਦੇ 2 ਗੇਟ ਖੁੱਲ੍ਹਦੇ ਨੇ, ਰੋਜ਼ ਲੋਕਾਂ ਨੂੰ ਐਮਰਜੈਂਸੀ ਪੈਂਦੀ ਹੈ। ਹਸਪਤਾਲ ਨਹੀਂ ਚੰਗਾ ਹੈਗਾ, ਹਸਪਤਾਲ ਦਾ ਉੱਥੇ ਹੋਣਾ ਬੜਾ ਜ਼ਰੂਰੀ ਹੈ। ਐਨੀ ਐਮਰਜੈਂਸੀ ਬੜੀ ਪ੍ਰੋਬਲਮ ਉੱਥੇ ਆਉਂਦੀ ਹੈ। ਅਤੇ ਨਾਲ ਹੀ ਉੱਥੇ ਜਿਹੜੇ ਘਰ ਬਣੇ ਹੋਏ ਨੇ ਲੋਕਾਂ ਦੇ, ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੁੰਦੀਆਂ, ਉਹਨਾਂ ਦੇ ਜਿਹੜੇ ਘਰ ਨੇ ਉਹ ਰਿਪੇਅਰ ਕਰਨ ਲੱਗਿਆਂ ਬੜੀ ਕਰਪਸ਼ਨ ਹੁੰਦੀ ਹੈ। ਉਹ ਤੰਗ ਨੇ, ਕਿਉਂਕਿ ਘਰ, ਕੱਪੜਾ, ਰੋਟੀ, ਮਕਾਨ ਇਹ ਤਾਂ ਬਹੁਤ ਜ਼ਰੂਰੀ ਨੇ। ਅਤੇ ਮੋਦੀ ਸਾਹਿਬ ਨੇ ਇੱਕੋ ਗੱਲ ਵਧੀਆ ਕੀਤੀ ਹੈ, ਸਾਰੇ ਦੇਸ਼ ਨੂੰ ਉਸ ਲੜੀ 'ਚ ਪਰੋਇਆ ਕਿ ਹਰ ਆਦਮੀ ਕੋਲ ਘਰ ਹੋਵੇ। ਛੋਟੇ ਆਦਮੀ ਨੂੰ ਵੀ 1,80,000 ਰੁਪਈਆ ਦੇ ਕੇ ਉਹਨਾਂ ਨੇ ਕਿਹਾ ਛੱਤਾਂ ਬਦਲੋ, ਰਿਪੇਅਰ ਕਰਾਓ ਅਤੇ ਰਜਿਸਟਰੀ ਸਾਰੀ ਆਪਣੇ ਨਾਂ ਕਰਾਓ। ਇਹ ਵੀ ਚੀਜ਼ਾਂ ਮੋਦੀ ਸਾਹਿਬ ਦੀ ਨਵੀਂ ਕਰਨੀ ਹੈ। ਕਿੱਥੇ ਪਹਿਲਾਂ ਬੈਂਕ ਅਕਾਊਂਟ ਖੁਲਾਏ, ਫਿਰ ਉਹਨਾਂ 'ਚ ਪੈਸੇ ਪਾਏ, ਜ਼ਿਮੀਂਦਾਰਾਂ ਦੀ ਪੈਨਸ਼ਨ ਲਾਈ। ਅੱਜ ਪਿੰਡ ਦੇ ਵਿੱਚ ਹਰ ਤਰ੍ਹਾਂ ਦੀ ਡਿਮਾਂਡ ਪਹੁੰਚੀ ਹੈ, ਸਟੇਡੀਅਮ ਦੀਆਂ ਵੀ ਪਹੁੰਚੀਆਂ ਨੇ ਅਤੇ ਬਾਕੀ ਕੰਮਾਂ ਵਾਸਤੇ ਵੀ ਪਹੁੰਚੀਆਂ। ਜਿਹੜੀਆਂ ਟਾਈਲ ਲੱਗ ਰਹੀਆਂ ਉਹਦਾ ਪੈਸਾ ਵੀ ਆ ਰਿਹਾ। ਮੇਰੇ ਕਹਿਣ ਦਾ ਮਸਲਾ ਹੈ ਕਿ ਸਾਰਾ ਵਿਜ਼ਨ ਲੈ ਕੇ ਤੁਰਿਆ। ਮੈਂ ਮੂੰਹ ਜ਼ਬਾਨੀ ਸਾਰੇ ਹਲਕੇ ਦਾ
ਵਿਕਾਸ ਕਰਾ ਸਕਦਾ, ਲਿਖਣ ਦੀ ਲੋੜ ਨਹੀਂ। ਇਹ ਤੁਹਾਡੇ ਵਿਰੋਧੀ ਤੁਹਾਡੇ ਤੇ ਆਰੋਪ ਲਗਾਉਂਦੇ ਨੇ ਕਿ ਤੁਸੀਂ ਦਲ ਬਦਲੂ ਹੋ, ਤੁਹਾਨੂੰ ਪਾਰਟੀ ਨੇ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ, ਤੁਸੀਂ ਬੀਜੇਪੀ ਚਲੇ ਗਏ। ਨਹੀਂ, ਮੇਰਾ ਇਹੋ ਜਿਹਾ ਕੋਈ ਸ਼ੌਂਕ ਨਹੀਂ ਸੀ। ਮੈਨੂੰ ਕਿਸੇ ਨੇ ਇਹ ਗੱਲ ਕਹੀ ਨਹੀਂ ਦਲ ਬਦਲੂ, ਉਹ ਤਾਂ ਤੁਸੀਂ ਆਪਣੀ ਨਿਊਜ਼ ਬਣਾਉਣੀ ਹੈ। ਮੈਨੂੰ ਦਲ ਬਦਲੂ ਨਾ ਕਿਸੇ ਨੇ ਕਿਹਾ। 2 ਮਹੀਨੇ ਸੁਖਬੀਰ ਬਾਦਲ ਮੇਰੇ ਨਾਲ ਗੱਲਾਂ ਕਰਦਾ ਰਿਹਾ, ਮੈਂ ਕੋਈ ਪਾਰਟੀ ਜੁਆਇਨ ਨਹੀਂ ਕੀਤੀ। ਬਹੁਤ ਰਿਸਪੈਕਟਡ ਤਰੀਕੇ ਨਾਲ ਮੈਂ ਬੀਜੇਪੀ ਨਾਲ ਆਪਣੀ ਸੋਚ ਨਾਲ ਰਲਿਆ। ਬੀਜੇਪੀ ਪਾਰਟੀ ਵਰਗੀ ਕੋਈ ਪਾਰਟੀ ਹੈ ਨਹੀਂ। ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੈ, ਦੂਜੀ ਵਾਰੀ ਬਣੇ ਨੇ, 7ਵਾਂ ਸਾਲ ਉਹਨਾਂ ਦਾ ਚੱਲਦਾ ਹੈ, 3 ਵਾਰੀ ਮੁੱਖ ਮੰਤਰੀ ਬਣੇ ਨੇ। ਅਣਜਾਣ ਬੰਦੇ ਨਹੀਂ, ਬਹੁਤ ਵੱਡੇ ਸ਼ਕਤੀਵਾਨ, ਤੇ ਪਾਰਟੀ ਦਾ ਢਾਂਚਾ ਇੱਦਾਂ ਦਾ ਹੈ, ਮੈਂ ਤਾਂ ਅਕਾਲੀ ਦਲ 'ਚ ਕੁਛ ਦੇਖਿਆ ਹੀ ਨਹੀਂ। ਉਹ ਤਾਂ ਜਿਹੜੀ ਡੈਲੀਗੇਟ ਦੀ ਭਰਤੀ ਕਰਦੇ ਉਹ ਵੀ ਝੂਠੀ, ਸਿਰਫ ਪੈਸੇ ਲੈਣ ਲਈ ਕਰਦੇ ਆ। ਇਹ ਤਾਂ ਸਾਰਾ ਕੁਝ ਕਰਦੇ ਬੰਦੇ ਦਾ, ਇਹ ਤਾਂ ਹਰ ਗੱਲ ਨੂੰ ਸੁਣ ਸਮਝ ਕੇ ਕਰਦੇ ਨੇ। ਇਹਨਾਂ ਦੀ ਇੰਟੈਲੀਜੈਂਸ ਹੀ ਬੜੀ ਹੈ। ਅਤੇ ਜੇ ਥੋੜ੍ਹੇ ਜਿਹੇ ਸਿੱਧੇ ਹੋ ਜਾਣ, ਅਤੇ ਅੱਜ ਜਿਹੜੇ ਬੇਈਮਾਨ ਲੋਕ ਨੇ, ਜਿਹੜੇ ਹੁਣ ਸੜਕਾਂ, ਪ੍ਰਾਈਵੇਟ ਕਲੋਨਾਈਜ਼ਰ, ਜਿੱਥੇ ਗੰਦੀ ਕਲੋਨੀ ਕੱਟੀ ਹੋਈ ਹੈ ਇਨਲੀਗਲ, ਉੱਥੇ ਬਣਾਉਂਦੇ MLA। ਕਿਉਂ ਬਣਾਉਂਦੇ ਨੇ? ਕਿ ਦਾਲ ਫੁਲਕਾ ਉੱਥੋਂ ਚੱਲ ਸਕੇ, ਭਾਈਵਾਲ ਬਣ ਜਾਂਦੇ ਨੇ। ਹੈਂ, ਅਤੇ ਸਾਡੇ ਪਾਰਟੀ ਲੈਵਲ 'ਚ ਤਾਂ ਸ਼ਰਾਬ 'ਚ ਵੀ ਭਾਈਵਾਲ ਬਣ ਗਏ, ਰੇਤਾ 'ਚ ਵੀ ਭਾਈਵਾਲ ਬਣ ਗਏ, ਸਾਰੇ ਕੰਮਾਂ 'ਚ ਭਾਈਵਾਲੀ ਲੈ ਕੇ। ਅਤੇ ਹੁਣ ਮਜੀਠੀਆ ਸਾਹਿਬ ਦੀ ਰੋਜ਼ ਖਬਰ ਸੁਣਦੇ ਆ ਨਾ ਜੀ। ਚਲੋ ਕੋਰਟਾਂ ਨੇ ਫੈਸਲਾ ਕਰਨਾ ਹੈ, ਪਰ ਇਹ ਆ ਵੀ ਦਲ ਬਦਲੂ ਨਾ। ਮੈਨੂੰ ਇੱਕ ਬੰਦੇ ਨੇ ਕਿਹਾ, ਕੌਣ 35-40 ਸਾਲ ਲਾਉਂਦਾ? ਅੱਜ ਤਾਂ ਪਿਓ ਨਹੀਂ 35-40 ਸਾਲ ਨਾਲ ਰੱਖਦਾ। ਇਹ ਤਾਂ ਐਵੇਂ ਪ੍ਰੈਸ ਵਾਲਿਆਂ ਦੀ ਮਰਜ਼ੀ ਹੈ ਕਿ ਆਪਣਾ ਸਵਾਲ ਬਣਾਉਣ ਵਾਸਤੇ ਇਹੋ ਜਿਹੀ ਗੱਲ ਕਰ ਲੈਣ। ਤੁਸੀਂ ਗੱਲ ਕੀਤੀ ਜੀ ਰੇਤ ਬਜਰੀ ਦੀ। ਰੇਤ ਬਜਰੀ ਨੂੰ ਲੈ ਕੇ ਜਿਹੜਾ ED ਦੀ ਰੇਡ ਹੋਈ ਹੈ ਮੁੱਖ ਮੰਤਰੀ ਜੀ ਦੇ ਭਾਂਜੇ ਦੇ ਉੱਤੇ, ਉਹਨੂੰ ਕਿਸ ਤਰ੍ਹਾਂ ਲੈਂਦੇ ਹੋ? ਬਹੁਤ ਬੁਰਾ ਲੈਣਾ। ਚੰਨੀ ਜੀ ਦੀ ਛਵੀ ਦਿਨ ਰਾਤ ਜਾਗਣ ਵਾਲੀ ਸੀ, ਅਤੇ ਜੇ ਉਹਦੀ ਬੈਗ ਤੋਂ ਇੱਦਾਂ ਪੈਸੇ ਨਿਕਲ ਆਉਂਦੇ ਨੇ ਭਾਂਜੇ ਕੋਲ, ਸਿਕਿਉਰਟੀਆਂ ਵਾਲੀ ਗੱਡੀਆਂ ਦਿੱਤੀਆਂ ਹੋਈਆਂ, ਉਹਦਾ ਰੋਲ ਕੋਈ ਵਧੀਆ ਨਹੀਂ ਨਿਕਲਿਆ, ਸਾਰਾ ਕੁਝ ਪਾਣੀ 'ਚ ਪੈ ਗਿਆ। ਅਤੇ ਉਹ ਚੰਨੀ ਜੀ ਕਹਿੰਦੇ ਕਿ ਮੈਂ ਇੱਕ ਦਲਿਤ, ਮਾਫ਼ ਕਰਨਾ, ਮੈਂ ਇੱਕ ਗਰੀਬ ਸੀ, ਗਰੀਬ ਘਰ ਦਾ ਮੈਂ ਬੇਟਾ ਸੀ, ਅਤੇ ਮੈਨੂੰ ਬਦਨਾਮ ਕੀਤਾ ਜਾ ਰਿਹਾ। ਮੇਰੀ ਛਵੀ ਨੂੰ, ਇਮੇਜ ਨੂੰ ਖਰਾਬ ਕਰਨ ਵਾਸਤੇ ਸਾਰੇ ਜਿਹੜੇ ਵਿਰੋਧੀ ਨੇ ਇਕੱਠੇ ਹੋ ਗਏ ਨੇ। ਚੰਨੀ ਜੀ ਪਹਿਲੀ ਵਾਰੀ ਜਦੋਂ MLA ਬਣੇ ਸੀ, ਅਤੇ ਮੈਂ ਤਾਂ ਇਕੱਠੇ ਹੀ ਬਣੇ ਸੀ। ਵਿਧਾਨ ਸਭਾ 'ਚ ਅਸੀਂ ਇਕੱਠੇ ਰਹੇ ਹਾਂ। ਬੜਾ ਮਿਹਨਤੀ ਇਨਸਾਨ ਸੀ, ਕੋਈ ਬੁਰੀ ਗੱਲ ਨਹੀਂ ਸੀ। ਪਰ ਇਹ ਐਲੀਗੇਸ਼ਨ ਸਾਬਤ ਹੋ ਗਿਆ, ਬਾਕੀ ED ਨੇ ਦੱਸਣਾ। ਦੂਜੀ ਗੱਲ ਇਹ ਆ ਵੀ ਦੂਜਿਆਂ ਨਾਲੋਂ ਚੰਗਾ ਸੀ, ਬੁਰਾ ਨਹੀਂ ਸੀ। ਇਮਾਨਦਾਰੀ ਨਾਲ ਗੱਲਾਂ ਕਰਨ ਦੀਆਂ ਕੋਸ਼ਿਸ਼ ਕੀਤੀਆਂ, ਪਰ ਇੰਪਲੀਮੈਂਟ ਨਹੀਂ ਕੋਈ ਹੋਈ। ਚੰਨੀ ਜੀ, ਇਹ ਗੱਲ ਕਿਸੇ ਪਿੰਡ ਤੋਂ ਪਤਾ ਕਰ ਲਓ। ਜੇ 1,80,000 ਰੁਪਇਆ ਪਿੰਡਾਂ ਦਾ ਆਇਆ ਹੈ, ਗਰੀਬ ਘਰਾਂ ਦਾ, ਉਹ ਨਹੀਂ ਦਿੱਤਾ ਗਿਆ। ਰਜਿਸਟਰੀ ਇੱਕ ਨਹੀਂ ਹੋਈ। ਤੁਸੀਂ ਰੋਜ਼ ਪ੍ਰਚਾਰ ਕਰਦੇ ਰਹੇ, ਮੈਂ ਆਰਡਰ ਕਰਤੇ, ਮੈਂ 3 ਵੀਲਰਾਂ ਦੇ ਆਰਡਰ ਕਰਤੇ, ਕੋਈ ਚੀਜ਼ ਵੀ ਇੰਪਲੀਮੈਂਟ ਨਹੀਂ ਹੋਈ। ਐਵੇਂ ਹਵਾ 'ਚ ਹੀ ਘੋੜੇ ਨੱਚੇ, ਅਤੇ ਅੱਜ ਲੋਕਾਂ ਨੂੰ ਪਤਾ ਲੱਗ ਰਿਹਾ। ਅਤੇ ਕੈਂਟ ਹਲਕਾ ਆ ਕੇ ਜੇ ਦੇਖ ਲੈਣ ਨਾ, ਅਤੇ ਸੱਚੀ ਗੱਲ ਹੈ ਵੀ ਗਾਂ ਇਲੈਕਸ਼ਨ ਹੀ ਨਾ ਲੜਨ ਜੋ ਕੈਂਟ ਹਲਕੇ ਦਾ ਹਾਲ ਆ। ਦੀਪਨਗਰ ਚਲ ਜਾਓ, ਬੁਰਾ ਹਾਲ ਆ। 66 ਫੁੱਟੀ ਰੋਡ ਦਾ ਮੈਂ ਪਹਿਲਾਂ ਦੱਸ ਚੁੱਕਾ। ਮੈਂ ਹੁਣ ਗੜ੍ਹੇ ਤੋਂ ਆਇਆ, ਇੰਨਾ ਬੁਰਾ ਹਾਲ ਆ, ਇੰਨਾ ਬੁਰਾ ਹਾਲ ਆ। ਇਹ ਤਾਂ ਗਰੀਬੀ ਨਾਲ ਲੋਕਾਂ ਨੂੰ ਨਰਕ ਬਣਾ ਕੇ ਦਿੱਤਾ ਜਾ ਰਿਹਾ। ਸੜਕਾਂ ਤਾਂ ਸਰਕਾਰ ਨੇ ਬਣਾਉਣੀ ਹੈ। ਆ ਜਿੰਨੇ ਆਰਮੀ ਦੇ ਕੰਮ ਨੇ, ਕਿਸੇ ਇੱਕ ਨੇ ਨਹੀਂ ਕਰਾਏ। ਨਹੀਂ ਤਾਂ ਰਕਸ਼ਾ ਮੰਤਰੀ ਨੂੰ ਬੇਨਤੀ ਕੀਤੀ ਹੋਵੇ ਕਿ ਸਾਡੇ ਆ ਕੰਮ ਕਰੋ, ਅਤੇ ਪੰਡਾਲ ਨੂੰ ਲੈ ਕੇ ਜਿਹੜੇ ਬੈਠੇ ਹੋਣ, ਇਹਨਾਂ ਨੇ ਇੱਕ ਐਪਲੀਕੇਸ਼ਨ ਵੀ ਨਹੀਂ ਲਿਖੀ। ਮੈਂ ਸ਼ਰਤ ਦਿੰਦਾ, ਆਉਂਦੇ ਸਾਰ ਹਰ ਚੀਜ਼ ਪੂਰੀ ਕਰਾਂਗਾ ਸਾਲ ਦੇ ਵਿੱਚ। ਸ਼ਮਸ਼ਾਨ ਘਾਟ ਮਾਲਟਨ ਚਲ ਜਾਓ, ਸਾਰਾ ਸ਼ਹਿਰ ਉੱਥੇ ਆਪਣੇ ਬਜ਼ੁਰਗਾਂ ਨੂੰ, ਸੰਤਾਂ ਨੂੰ, ਸਾਰਿਆਂ ਨੂੰ ਲੈ ਕੇ ਜਾਂਦਾ। ਅਤੇ ਸਾਡੇ ਭਾਈ ਸਾਹਿਬ ਪ੍ਰਗਟ ਜੀ ਨੇ ਉੱਥੇ ਕੂੜੇ ਦਾ ਢੇਰ ਬਣਾ ਦਿੱਤਾ। ਸਮੈਲ ਆਉਂਦੀ ਜਦੋਂ ਅੰਦਰ ਜਾਈਏ। ਲੋਕ ਧੂਫ ਜਗਾਉਂਦੇ ਨੇ, ਲੋਕ ਉਹ ਕਈ ਤਰ੍ਹਾਂ ਦੇ ਮਸਾਲੇ ਲਿਆਦੇ ਜਿਹਨਾਂ ਮਹਿਕ ਆਵੇ, ਵੀ ਸਾਡੇ ਜੀਅ ਨੂੰ ਵੀ ਖੁਸ਼ਬੂ ਜਾਵੇ, ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲੇ। ਪਰ ਇਹਨਾਂ ਨੇ ਲੋਕਾਂ ਦੀ ਆਤਮਾ ਨਾਲ ਵੀ ਖੇਡ ਬਣਾ ਲਿਆ। ਮੱਕੜ ਸਾਹਿਬ, ਜਿਹੜੀ ਹੁਣ ਤੁਹਾਡੀ ਉੱਥੇ ਫਾਈਟ ਹੈ, ਕਿਹੜੀ ਪਾਰਟੀ ਦੇ ਨਾਲ ਤੁਹਾਡੀ ਫਾਈਟ ਹੈ ਜੀ? ਉੱਥੇ ਕਿਹੜੇ ਕੈਂਡੀਡੇਟ ਨਾਲ ਤੁਹਾਡੀ ਫਾਈਟ ਹੈ? ਉਹ ਫਾਈਟ ਤਾਂ ਲੋਕਾਂ ਦੀ ਮਨਾਂ 'ਚ ਆ, ਪਰ ਜੋ ਕਿਰਦਾਰ ਆ, ਕਿਰਦਾਰ ਮੁਤਾਬਕ ਇਹ ਭਗੌੜੇ ਨੇ। ਮੇਰੀ ਪਾਰਟੀ ਭਗੌੜੀ ਹੈ, ਅਤੇ ਮੈਂ ਆਰਾਮ ਨਾਲ ਸੀਟ ਲਈ। ਇਹਨਾਂ ਨੇ ਚਲਦੇ ਸਮੇਂ ਵੇਖਿਆ, 4.5 ਸਾਲ ਹੋ ਗਏ ਨੇ, ਹੁਣ ਪੈਨਸ਼ਨ ਵੀ ਨਹੀਂ ਕੱਟੀ ਜਾਣੀ, ਤਨਖਾਹ ਵੀ ਨਹੀਂ ਕੱਟੀ ਜਾਣੀ,
ਤੇ ਹੁਣ ਭਾਜੋ ਦੂਜੀ ਪਾਰਟੀ 'ਚ। ਤੇ ਇਹਨਾਂ ਨੇ ਮੈਨੂੰ, ਸੁਖਬੀਰ ਹੁਣਾਂ ਨੇ ਇੱਥੇ ਪਿਛਲੀ ਵਾਰੀ ਪ੍ਰਗਟ ਜਦੋਂ ਗਏ ਨੇ ਉਦੋਂ ਮੈਨੂੰ ਆਖਿਆ ਕਿ ਤੁਸੀਂ ਹਲਕਾ ਸੰਭਾਲਣਾ ਹੈ। ਮੇਰੀ 16 ਤੇ 17 ਦੀ ਕੀਤੀ ਹੋਈ ਡਿਵੈਲਪਮੈਂਟ RTI ਰਾਹੀਂ ਕਢਾ ਲਓ, ਜੇ ਮੇਰੇ ਬਰਾਬਰ ਹੋਣ ਤੇ ਮੈਂ ਇਹਨਾਂ ਨੂੰ ਮੰਨ ਜਾਵਾਂਗਾ। ਨਹੀਂ, ਉਹ ਤਾਂ ਕੰਮ ਦੀ ਤਾਂ ਜਿਹੜੀ ਗੱਲ ਹੈਗੀ ਹੈ, ਦੇਖੋ ਵਿਕਾਸ ਦੇ ਨਾਂ ਤੇ ਵੋਟ ਪੈਣਾ ਜੀ। ਲੋਕ ਜਿਹੜੇ ਨੇ ਕਹਿਣ ਦੇ ਔਰ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਗੱਲ ਕਰੀਏ ਨਸ਼ਾਖੋਰੀ, ਤੁਸੀਂ ਗੱਲ ਕੀਤੀ, ਹੁਣ ਮਜੀਠੀਆ ਜੀ ਦੀ ਵੀ ਗੱਲ ਕੀਤੀ ਹੈ। ਨਸ਼ਾਖੋਰੀ ਦੇ ਮਾਮਲੇ ਦੇ ਵਿੱਚ ਜਿਹੜਾ ਹੁਣ ਕੇਸ ਉਹਨਾਂ ਦਾ ਰਜਿਸਟਰਡ ਹੋਇਆ, ਉਸ ਕੇਸ ਨੂੰ ਤੁਸੀਂ ਕਿਸ ਤਰ੍ਹਾਂ ਲੈਂਦੇ ਹੋ, ਕਿਸ ਨਜ਼ਰੀਏ ਤੋਂ ਲੈਂਦੇ ਹੋ? ਦੇਖੋ, ਉਹਦਾ ਫੈਸਲਾ ਕੋਰਟ ਨੇ ਕਰਨਾ ਹੈ ਤੇ ਉਸ ਕੇਸ 'ਚ ਬੜੀ ਵੱਡੀ ਸਜ਼ਾ ਹੋ ਚੁੱਕੀ ਹੈ, ਆਉਣ ਵਾਲੇ ਸਮੇਂ 'ਚ ਵੀ ਹੋ ਸਕਦੀ ਹੈ। ਪਰ ਕਈ ਵਾਰੀ ਬੰਦਾ ਜਦੋਂ ਕਿਸੇ ਪੋਜੀਸ਼ਨ ਦਾ ਮਾਲਕ ਹੁੰਦਾ ਹੈ, ਫਿਰ ਉਹ ਬਾਕੀਆਂ ਨੂੰ ਮਨਾ ਕੇ ਨਿਕਲ ਜਾਂਦਾ ਹੈ, ਪਰ ਫਿਰ ਉਹ ਲਗਾਤਾਰ ਕਰਪਸ਼ਨ ਦਾ ਘਰ ਬਣਦੀਆਂ ਨੇ। ਇਹ ਨਹੀਂ ਹੋਣੀ ਚਾਹੀਦੀ। ਬਹੁਤ ਵਧੀਆ ਤਰੀਕੇ ਨਾਲ ਸਾਰੇ ਕੰਮ ਹੋਣੇ ਚਾਹੀਦੇ ਨੇ। ਜਿਹੜੇ ਨਸ਼ਾਖੋਰੀ 'ਚ ਫਸੇ ਨੇ, ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ। ਸਜ਼ਾ ਇਹ ਆ ਭਾਈ ਸਾਹਿਬ ਕਿ ਬੱਚੇ ਮਰ ਗਏ, ਜਵਾਨ ਮਰ ਗਏ, ਸ਼ਰਾਬ ਨਾਲ ਇੰਨੇ ਬੰਦੇ ਮਰ ਗਏ ਇਹਨਾਂ ਦੇ ਰਾਜ 'ਚ, ਪਰ ਯਾਰ ਲੋਕਾਂ ਨੂੰ ਕੋਈ ਹੈ ਹੀ ਨਹੀਂ। ਐਵੇਂ ਲੈਕਚਰ ਕਰੀ ਜਾਂਦੇ ਆ, TV 'ਤੇ ਬੋਲਦੇ ਕੁਛ ਹੋਰ ਨੇ, ਕਰਦੇ ਕੁਛ ਹੋਰ ਨੇ। ਤੇ ਲੋਕ ਤਾਂ ਸਾਰਾ ਕੁਝ ਜਾਣਦੇ ਆ। ਕਚਹਿਰੀ ਹੈ ਪਬਲਿਕ ਦੀ, ਤੇ ਪਬਲਿਕ ਦੀ ਕਚਹਿਰੀ 'ਚ ਹੁਣ ਵੋਟਾਂ ਪੈਣੀਆਂ। ਆ ਪਰਸੋਂ ਹੀ ਟਰੱਕ ਸ਼ਰਾਬ ਦੇ ਫੜੇ ਗਏ। ਸ਼ਰਾਬ ਤਾਂ ਨਹੀਂ ਫੜੀ ਗਈ, ਵੰਡ ਲਈ ਸੀ ਇਹਨਾਂ ਨੇ। ਤੇ ਟਰੈਕ ਸੂਟ ਜਿਹੜੇ ਸਰਕਾਰੀ ਸੀਗੇ, ਸਾਰੀ ਸਰਕਾਰੀ ਟਰੈਕ ਸੂਟ ਜਿਹੜੇ ਵਿਦਿਆਰਥੀਆਂ ਵਾਸਤੇ ਆਏ ਸੀ, ਉਹ ਇਲੈਕਸ਼ਨ 'ਚ ਵੰਡਣ ਵਾਸਤੇ 2 ਟਰੱਕ ਵੀ ਫੜੇ ਗਏ। ਸਾਰੀਆਂ ਪਾਰਟੀਆਂ ਨੇ ਪ੍ਰੋਟੈਸਟ ਕੀਤਾ, ਅਸੀਂ ਵੀ ਕੀਤਾ। ਪਤਾ ਨਹੀਂ ਇਲੈਕਸ਼ਨ ਕਮਿਸ਼ਨ ਨੇ ਕੀ ਕੀਤਾ। 4 ਸਾਲ 3 ਸਾਲ ਪੁਰਾਣਾ SHO ਮਾਲਟੋਨ ਲਾਇਆ, ਉਹ ਲਵਾਂਡਿਆ ਸੀ ਸਾਰਾ ਕੁਛ, ਕੋਲ ਖੜਾ ਸੀ। ਉਹਨੇ ਪਬਲਿਕ ਦੀ ਪਰਵਾਹ ਹੀ ਨਹੀਂ ਕੀਤੀ। ਬੰਦਾ ਰਿਟਾਇਰਮੈਂਟ 'ਤੇ ਆ, ਕੀ ਪਰਵਾਹ ਕਰੇਗਾ? ਤੇ ਉਹਦੀ ਇਲੈਕਸ਼ਨ ਕਮਿਸ਼ਨ ਨੂੰ ਤੁਸੀਂ ਕੰਪਲੇਂਟ ਕੀਤੀ ਹੈ ਕੋਈ? ਮੈਂ ਤਾਂ ਨਹੀਂ ਅਜੇ ਕੀਤੀ, ਸ਼ਾਇਦ ਕਿਸੇ ਨੇ ਕੀਤੀ ਹੋਵੇ, ਕੱਲ ਪੁੱਛਾਂਗੇ। ਨਹੀਂ ਕੀਤੀ ਤੇ ਕਰਾਂਗੇ। ਜਿਹੜਾ ਬੰਦੀ ਸਿੱਖਾਂ ਦਾ ਮਾਮਲਾ ਜੀ, ਉਹ ਬੜਾ ਇਸ ਵੇਲੇ ਜਿਹੜੀ ਪ੍ਰਚਾਰ ਦੇ ਵਿੱਚ ਹਰ ਕੈਂਡੀਡੇਟ, ਹਰ ਪਾਰਟੀ ਉਹਨੂੰ ਲੈਂਦੀ ਹੈ। ਤੁਸੀਂ ਉਹਨੂੰ ਕਿਸ ਤਰ੍ਹਾਂ ਲੈਂਦੇ ਹੋ? ਬੰਦੀ ਸਿੱਖਾਂ ਦਾ ਮਾਮਲਾ ਸਾਰੇ ਹੀ ਸਿਫਾਰਸ਼ੀ ਨੇ। ਕਾਨੂੰਨ ਸਾਰਿਆਂ ਵਾਸਤੇ ਇੱਕ ਆ, ਭਾਵੇਂ ਕੋਈ ਸਿੱਖ ਹੋਵੇ, ਭਾਵੇਂ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਕ੍ਰਿਸਚਨ ਹੋਵੇ। ਮੋਦੀ ਸਾਹਿਬ ਨੇ ਪਹਿਲਾ ਕੰਮ ਹੀ ਇਹੋ ਕੀਤਾ, ਜਿਹੜੀ ਕਾਲੀ ਸੂਚੀ ਹਟਾਈ ਆ ਕੇ। ਦੂਸਰਾ ਕੰਮ ਇਹ ਕੀਤਾ ਕਿ ਜਿਹੜਾ ਪਾਕਿਸਤਾਨ ਦਾ ਲਾਂਘਾ ਖੋਲ੍ਹਿਆ। ਤੀਸਰਾ ਇਹ ਕੀਤਾ ਕਿ ਜਿਨ੍ਹਾਂ ਨੇ 35,000 ਬੰਦਾ ਮਰਵਾਇਆ ਸੀ, ਉਹ ਮਿਨਿਸਟਰ ਸੀ ਮੌਕੇ ਦੇ ਉਸ ਵੇਲੇ ਦਿੱਲੀ 'ਚ, ਉਹਨਾਂ ਦੇ ਕੇਸ ਖੁਲਵਾ ਕੇ ਉਹਨਾਂ ਦਾ ਟਰਾਇਲ ਚਲਵਾਇਆ। ਨਹੀਂ ਤੇ ਕੇਸ ਤਾਂ ਬੰਦ ਕਰਤੇ ਹੀ ਸਾਰਿਆਂ ਨੇ, ਪੂਰਾ ਰਿਲੀਫ ਨਹੀਂ ਮਿਲਿਆ। ਜਿਹੜੇ ਬੰਦੀ ਵਾਲੇ ਨੇ, ਉਹ ਪਤਾ ਨਹੀਂ ਤੁਹਾਡਾ ਕੀ ਲਫ਼ਜ਼ ਆ, ਕਈ ਕੇਸ ਅੜੇ ਹੋਏ ਨੇ, ਪਰ ਕੋਈ ਪੈਰਵਾਈ ਕਰੇ, ਕੋਈ ਗੱਲ ਕਰੇ। ਜੇ ਪਹਿਲੀਆਂ ਸਰਕਾਰਾਂ ਨੇ, ਕਾਂਗਰਸ ਨੇ ਨਹੀਂ ਕੀਤਾ, ਅਕਾਲੀਆਂ ਨੇ ਨਹੀਂ ਕੀਤਾ, ਅਸੀਂ ਕਰਵਾਵਾਂਗੇ। ਨਹੀਂ, ਉਹਦੇ 'ਚ ਇਹ ਸੀਗਾ ਜੀ ਵੀ ਸਿੱਖ ਜਥੇਬੰਦੀਆਂ ਦਾ ਇੱਕ ਪ੍ਰੈਸ ਕਾਨਫਰੰਸ ਹੋਈ ਹੈ, ਸਾਨੂੰ ਦੇ ਕੇ ਵੀ ਗਏ ਡਾਕੂਮੈਂਟਸ ਵਗੈਰਾ। ਉਹ ਕਹਿੰਦੇ ਕੇਂਦਰ ਸਰਕਾਰ ਨੇ ਤੇ ਹੋਮ ਡਿਪਾਰਟਮੈਂਟ 'ਤੇ ਆਰਡਰ ਕਰਤੇ, ਬਟ ਜਿਹੜੀ ਕੇਜਰੀਵਾਲ ਦੀ ਗੌਰਮੈਂਟ ਨੇ ਇੱਕ ਕਮੇਟੀ ਬਣਾਈ ਸੀ, ਉਹਦੇ ਚੇਅਰਮੈਨ ਜਿਹੜੇ ਸੀਗੇ ਉਹ ਜੈਨ ਜਿਹੜੇ ਮਿਨਿਸਟਰ ਸੀਗੇ ਕੋਈ, ਅਤੇ ਉਹਨਾਂ ਨੇ ਸਾਈਨ ਉੱਥੇ ਕੀਤੇ, ਉਹਨਾਂ ਨੇ ਆਬਜੈਕਸ਼ਨ ਲਾਇਆ, ਉਹਦੇ ਵਿੱਚ ਕਿਹਾ ਵੀ ਇਹ ਬੰਦਿਆਂ ਨੂੰ ਰਿਹਾ ਨਹੀਂ ਹੋਣਾ ਚਾਹੀਦਾ। ਅਤੇ ਉਹ ਮਾਮਲਾ ਕਾਫੀ ਇਸ ਵੇਲੇ ਸਰਗਰਮ ਹੈ, ਸਰਗਰਮੀ ਨਾਲ ਜ਼ੋਰ ਪਕੜ ਰਿਹਾ ਜੀ। ਆਮ ਪਾਰਟੀ ਨੇ ਖਾਣ ਨੂੰ ਦੰਦ ਹੋਰ ਰੱਖੇ, ਦਿਖਾਣ ਨੂੰ ਹੋਰ ਰੱਖੇ। ਆਮ ਪਾਰਟੀ ਨਹੀਂ ਰਹੀ, ਖਾਸ ਪਾਰਟੀ ਬਣ ਗਈ। ਟਿਕਟਾਂ ਦਾ ਮੁੱਲ ਪੈ ਗਿਆ। ਪਿੱਛੇ 18 MLA ਬਣੇ ਸੀ, 9 ਇਹਨਾਂ ਦੇ ਕੋਲ ਰਹਿ ਗਏ। ਜੇ ਚੰਗੀ ਗੱਲ ਸੀ ਤੇ 9 ਕਿਉਂ ਗਏ? ਕੁਰਬਾਨੀ ਭਰਿਆ ਜਜ਼ਬਾ ਕਿੱਥੋਂ ਲੈਣ ਦਾ? ਤੇ ਹੁਣ ਡਰਾਈਵਰ ਪਤਾ ਕਿਹੜੇ ਚਾੜੇ ਨੇ MLA, ਕਿਹਨਾਂ ਨੂੰ ਖਿਲਾਰਨਾ ਹੈ? ਜਿਹੜੇ ਕਦੀ ਕੌਂਸਲਰ ਵੀ ਨਹੀਂ ਲੜੇ। ਇਹ ਦੇਸ਼ ਦੀ ਵਾਗਡੋਰ ਸੰਭਾਲਣਾ ਚਾਹੁੰਦੇ ਨੇ, ਕਦੀ ਨਹੀਂ ਸੰਭਾਲ ਪਾਉਣਗੇ। ਲੋਕ ਇਹਨਾਂ ਨੂੰ ਵੋਟਾਂ ਨਹੀਂ ਪਾਉਣਗੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਟਿਕਟਾਂ ਕਿਵੇਂ ਦਿੱਤੀਆਂ, ਕੋਈ ਕੀ ਤੌਰ ਤਰੀਕਾ ਬਣਾਇਆ ਤੇ ਬੁਰਾ ਹਾਲ ਕਰਤਾ। ਤੇ ਦਿੱਲੀ ਦੇ ਵਿੱਚ ਮੈਂ ਇਹਨਾਂ ਦੀ ਦੇਖ ਆਇਆ ਸਾਰੀ ਚੀਜ਼, ਜਿੰਨਾ ਗੰਦ ਉੱਥੇ ਆ ਕਿਤੇ ਨਹੀਂ। ਝੂਠ ਮਾਰਦੇ, ਲਗਾਤਾਰ ਗਲਤ ਗੱਲਾਂ ਕਰਦੇ, ਲੋਕੀ ਐਵੇਂ ਭੁਲੇਖੇ ਜਾ ਜਾਂਦੇ ਨੇ। ਆਮ ਪਾਰਟੀ ਕੋਈ ਆਮ ਖਾਸ ਪਾਰਟੀ ਨਹੀਂ, ਕੋਈ ਗੱਲ ਨਹੀਂ। ਇਹ ਸਾਰੀ ਚੀਜ਼ ਸਾਹਮਣੇ ਆ ਜਾਣੀ ਹੈ। ਪਿੱਛੇ ਵੀ ਕਹਿੰਦੇ ਸੀ ਅਸੀਂ 84 ਸੀਟਾਂ ਲੈਣੀਆਂ,
ਮੁੜ ਕੇ 18 ਤੇ ਰਹਿ ਗਏ ਸੀ। ਹੁਣ ਵੀ ਇੱਦਾਂ ਹੋਏਗਾ। ਉਹ ਕੇਜਰੀਵਾਲ ਜੀ ਦਾਵਾ ਕਰਦੇ ਨੇ ਕਿ ਅਸੀਂ ਜਿਹੜਾ ਕੰਮ ਕਰਦੇ ਹਾਂ ਅਸੀਂ ਮਤਲਬ ਪਬਲਿਕ ਦੀ ਰਾਏ ਨਾਲ ਸਾਰਾ ਕੰਮ ਕਰਦੇ ਹਾਂ। ਅਸੀਂ ਜਿਹੜਾ ਪੰਜਾਬ ਦੇ ਸੀਐਮ ਦਾ ਕੈਂਡੀਡੇਟ ਵੀ ਦਿੱਤਾ ਉਹ ਵੀ ਅਸੀਂ ਪਬਲਿਕ ਓਪੀਨੀਅਨ ਦੇ ਨਾਲ ਦਿੱਤਾ ਜੀ। ਕੇਜਰੀਵਾਲ ਨੂੰ ਕੋਈ ਬੰਦਾ ਮਿਲ ਨਹੀਂ ਸਕਦਾ। ਕੇਜਰੀਵਾਲ ਦੀ ਅਪੁਆਇੰਟਮੈਂਟ ਲੈਣੀ ਸਾਰੇ ਚੀਫ ਮਿਨਿਸਟਰਾਂ ਨਾਲ ਔਖੀ ਹੈ। ਕੇਜਰੀਵਾਲ ਆਪਣੀ ਜੀਵਨ ਸ਼ਕਤੀ ਨੂੰ ਬੜਾ ਸੁਰੱਖਿਅਤ ਰੱਖਿਆ ਹੋਇਆ ਹੈ, ਕੋਈ ਤਕਲੀਫ ਨਹੀਂ ਕਰਦਾ। ਤੇ ਕੇਜਰੀਵਾਲ ਸਾਹਿਬ ਚੰਗੀ ਪੈਂਟ ਚੰਗੀ ਕਮੀਜ਼ ਪਾਉਂਦੇ ਨੇ, ਕਦੀ ਵੇਖਿਆ ਵੱਟ ਪਿਆ? ਮੇਰੇ ਕਹਿਣ ਦਾ ਮਸਲਾ ਹੈ ਉਹ ਪੁਰਾਣੇ ਅਫਸਰ ਨੇ, ਉਹ ਅਫਸਰੀ ਵਾਂਗੂ ਜੀਂਦੇ ਨੇ, ਪਬਲਿਕ ਨਾਲ ਨਹੀਂ ਜੀਂਦੇ, ਸਿਰਫ ਵਿਖਿਆਨ ਨਵੇਂ ਤੋਂ ਨਵਾਂ ਕਰਦੇ ਨੇ, ਅਸਰ ਨਹੀਂ ਹੁੰਦਾ। ਪਰ ਲੋਕਾਂ ਨੂੰ ਤੇ ਜੀ ਲੋਕ ਉਹਨੂੰ ਫੋਲੋ ਕਰਦੇ ਆ, ਉਹ ਕਿਉਂ ਕਰਦੇ ਆ ਜੀ? ਕੋਈ ਫਾਲੋ ਨਹੀਂ ਕਰ ਰਿਹਾ, ਐਵੇਂ ਫਾਲੋ ਕਰਦੇ ਆ, ਦਿਹਾੜੀਦਾਰ ਇਕੱਠੇ ਕਰਕੇ ਲਾ ਲਓ, ਉਹ ਫਾਲੋ ਹੋ ਜਾਂਦਾ। ਗਰੀਬੀ ਤਾਂ ਬਹੁਤ ਆ, 500 ਰੁਪਏ ਤੇ ਬੰਦਾ ਮਿਲਦਾ, 20 ਬੰਦੇ ਲਾ ਦਿਓ ਨਾਲ ਲੈ ਕੇ ਚੁੱਪ ਤੇ ਉਹਨੂੰ ਤੁਸੀਂ ਮੰਨਦੇ ਹੋ ਵੀ ਉਹ ਕੋਈ ਇਨਸਾਨੀਅਤ ਆ? ਜਾਂ ਤਾਂ ਕੋਈ ਡੈਲੀਗੇਟ ਬਣ ਕੇ ਆਵੇ, ਕੋਈ ਡੈਲੀਗੇਟ ਨਹੀਂ। ਲੋਕ ਤੁਹਾਨੂੰ ਵੋਟ ਪਾਉਣ ਤੇ ਕਿਉਂ ਪਾਉਣ ਜੀ? ਸਾਰੀਆਂ ਗੱਲਾਂ ਤਾਂ ਮੈਂ ਦੱਸਤੀਆਂ, ਹੁਣ ਮੈਂ ਦੁਬਾਰਾ ਦੱਸਾਂ? ਨਹੀਂ, ਉਹ ਤਾਂ ਤੁਸੀਂ ਦੱਸ ਦਿੱਤੀਆਂ ਜੀ। ਮਤਲਬ ਜਿਸ ਤਰ੍ਹਾਂ ਤੁਹਾਡਾ ਵਿਜ਼ਨ ਜਿਹੜਾ ਦੂਜਿਆਂ ਨਾਲੋਂ ਅਲੱਗ ਹੈ, ਮਤਲਬ ਉਹਦੇ ਵਾਸਤੇ ਵਿਜ਼ਨ ਮੇਰੀ ਪਾਰਟੀ ਹੈ, ਪ੍ਰਧਾਨ ਮੰਤਰੀ ਦੀ ਪਾਰਟੀ ਹੈ, ਉਹਨਾਂ ਦਾ ਸਟਰਕਚਰ ਦੇਖੋ ਕਿਵੇਂ ਪਾਰਟੀ ਬਣਾਈ ਦੀ ਹੈ। MLA ਕੌਣ ਹੈ, ਉਹਨੂੰ ਬਣਾਉਣ ਵਾਲਾ ਕੌਣ ਹੈ, ਟਿਕਟ ਦੇਣ ਵਾਲਾ ਕੌਣ ਹੈ, ਪਿੱਛੇ ਬੈਕ ਕਰਨ ਵਾਲਾ ਕੌਣ ਹੈ? ਸਾਡੇ ਦੇ ਵਿੱਚ ਹੀ ਦੁਸ਼ਮਣ ਤੁਰੇ ਫਿਰਦੇ ਸੀ, ਆਪੇ ਹੀ ਬਣਾਉਂਦੀ ਸਾਡੀ ਪਾਰਟੀ। ਮਜੀਠੀਆ ਧੜਾ ਖੜਾ ਕਰ ਲੈਂਦਾ ਸੀ ਤੇ ਸੁਖਬੀਰ ਪ੍ਰਧਾਨ ਬਣ ਜਾਂਦਾ ਸੀ। ਇਸੇ ਤਰ੍ਹਾਂ ਨਾਲ ਵੱਡੇ ਬਾਲ ਸਾਹਿਬ ਦੇ ਨਾਲ ਸੁਖਬੀਰ ਧੜਾ ਖੜਾ ਕਰ ਲੈਂਦਾ ਸੀ ਤੇ ਆਪੇ ਹੀ ਲੜਾਈ ਪਾ ਕੇ ਆਪਣੀ ਇੰਪੋਰਟੈਂਸ ਲੈਂਦੇ ਸੀ। ਤੇ ਇਹਨਾਂ ਦੀ ਥਿਊਰੀ ਸੀ 2-2 ਬੰਦੇ ਲੜਾ ਦਿਓ, ਆਪੇ ਲੜਦੇ ਰਹਿਣਗੇ, ਆਪੇ ਕੰਮ ਕਰਨਗੇ ਤੇ ਆਪਣੀ ਇੰਪੋਰਟੈਂਸ ਰਹੇਗੀ। ਉਹ ਸਾਰੀ ਸਾਹਮਣੇ ਆ ਜਾਣੀ ਇਲੈਕਸ਼ਨਾਂ ਤੋਂ ਬਾਅਦ। ਸੇਮ ਮੋਦੀ ਨੇ ਕੀਤਾ। ਮੋਦੀ ਸਾਹਿਬ ਨੇ ਕਿਵੇਂ ਇਮਾਨਦਾਰੀ ਨਾਲ ਬੰਦੇ ਚੁਣੇ ਨੇ, ਤੇ ਕੇਜਰੀਵਾਲ ਨੇ ਕਿਵੇਂ ਕਿਸ ਤਰੀਕੇ ਨਾਲ ਜਿਹੜੇ 10 ਸਾਲ ਪੁਰਾਣੇ ਬੰਦੇ ਕੰਮ ਕਰਦੇ ਸੀ ਉਹਨਾਂ ਨੂੰ ਛੱਡ ਕੇ ਨਵਿਆਂ ਨੂੰ ਟਿਕਟਾਂ ਦੇ ਦਿੱਤੀਆਂ। ਪੁਰਾਣਿਆਂ ਦਾ ਕੱਦ ਉੱਚਾ ਸੀ ਤੇ ਨੀਵੇਂ ਲਿਆ ਕੇ ਖਿਲਾਰਤੇ। ਪਤਾ ਨਹੀਂ ਕੀ ਪਾਲਿਸੀ ਹੈ, ਰੱਬ ਜਾਣੇ ਕਿਉਂ ਲੋਕ ਤਾਰੀਫ ਕਰਦੇ ਨੇ, ਕਿਉਂ ਕਰਨਗੇ, ਕਿਉਂ ਇਹਨਾਂ ਦੇ ਕੰਮ ਆਉਣਗੇ, ਪਤਾ ਨਹੀਂ ਕੀ ਸਟਰਕਚਰ ਬਣ ਰਿਹਾ। ਪੰਜਾਬ ਦੇ ਵਿੱਚ ਤੁਹਾਡਾ ਗਠਬੰਧਨ ਹੋਇਆ ਬੀਜੇਪੀ ਦਾ, ਸੰਯੁਕਤ ਅਕਾਲੀ ਦਲ ਬਣਿਆ ਜੀ। ਉਹਨਾਂ ਨੇ ਢੀਂਡਸਾ ਸਾਹਿਬ ਦੀ ਸਟੇਟਮੈਂਟ ਆਈ ਵੀ ਅਸੀਂ ਪੰਥਕ ਮਸਲੇ ਤੇ ਜਿਹੜੇ ਦੂਜੇ ਹੋਰ ਵਿਕਾਸ ਦੇ ਕੰਮ ਅਸੀਂ ਕੇਂਦਰ ਸਰਕਾਰ ਨਾਲ ਮਿਲ ਕੇ ਹੱਲ ਕਰਾਵਾਂਗੇ। ਉਹਦੇ 'ਚ ਅਸੀਂ ਪਹਿਲੇ ਤੌਰ ਤੇ ਸ਼ਾਮਲ, ਜਿੰਨੇ ਸਿੱਖ ਅਸੀਂ ਦਾਖਲ ਹੋਏ ਹਾਂ ਭਾਰਤੀ ਜਨਤਾ ਪਾਰਟੀ 'ਚ, ਪਹਿਲ ਦੇ ਆਧਾਰ ਤੇ ਕਿਸਾਨਾਂ ਦਾ, ਪਹਿਲ ਦੇ ਆਧਾਰ ਤੇ ਸਿੱਖਾਂ ਦਾ, ਬਾਹਰਲੇ ਗੁਰਸਿੱਖਾਂ ਦਾ ਅਸੀਂ ਪਹਿਰਾ ਦਿਆਂਗੇ। ਅਸੀਂ ਪਹਿਲਾਂ ਇਹਨਾਂ ਦੇ, ਫਿਰ ਕਿਸੇ ਹੋਰ ਦੇ, ਈਵਨ ਕ੍ਰਿਸਚਨ ਭਾਈਚਾਰੇ ਦਾ ਵੀ ਅਸੀਂ ਬਹੁਤ ਰੱਖਿਆ ਕਰਾਂਗੇ। ਕੋਈ ਵੀ ਬੰਦਾ ਫਾਲਤੂ ਸਟੇਟਮੈਂਟ ਨਹੀਂ ਕਰੇਗਾ। ਇੱਕ ਬੰਦੇ ਨੇ ਸਟੇਟਮੈਂਟ ਕੀਤੀ ਸੀ ਯੂਪੀ ਸਾਈਡ ਤੇ, ਉਹਦੇ ਕੋਲੋਂ ਪਾਰਟੀ ਨੇ ਮਾਫੀ ਮੰਗਵਾਈ MLA ਕੋਲੋਂ। ਜੇ ਕੋਈ ਅਪਸ਼ਬਦ ਬੋਲੇਗਾ ਅਸੀਂ ਉਹ ਵੀ ਨਹੀਂ ਹੋਣ ਦਿਆਂਗੇ, ਅਸੀਂ ਪਹਿਰਾ ਦਿਆਂਗੇ। ਅਸੀਂ ਪੰਜਾਬ ਦੀ ਸੱਤਾ ਸਰਬੱਤ ਦਾ ਭਲਾ, ਪੰਜਾਬ ਦੀ ਸੱਤਾ ਦੇ ਵਿੱਚ ਗੁਰਸਿੱਖਾਂ ਨੂੰ ਤਾਂ ਸਿਖਾਇਆ ਗਿਆ ਤੁਸੀਂ ਫੌਜੀ ਹੋ, ਤੁਸੀਂ ਦੂਜੇ ਧਰਮਾਂ ਦੀ ਰੱਖਿਆ ਵੀ ਕਰਨੀ ਹੈ, ਦੂਜੇ ਧਰਮਾਂ ਨੂੰ ਆਪਣੇ ਤੋਂ ਵੱਧ ਨਮਸਕਾਰ ਕਰਨਾ ਹੈ, ਭਾਵੇਂ ਆਪਣੇ ਇੱਕ ਧਰਮ ਦੇ ਕੱਟੜ ਰਹੋ। ਇਸੇ ਤਰੀਕੇ ਨਾਲ ਅਸੀਂ ਪੰਜਾਬ ਤੇ ਪੰਜਾਬੀਅਤ ਦੇ ਕੱਟੜ ਪਹਿਰੇਦਾਰ ਹੋਵਾਂਗੇ। ਢੀਂਡਸਾ ਸਾਹਿਬ ਸਾਡੇ ਸਾਥੀ ਹੋਣਗੇ, ਜਿਹੜੇ ਪੁਰਾਣੇ ਮੁੱਖ ਮੰਤਰੀ ਨੇ ਸਾਡੇ ਕੈਪਟਨ ਸਾਹਿਬ ਉਹ ਸਾਡੇ ਸਾਥੀ ਹੋਣਗੇ, ਜਿਹੜੇ ਦਿੱਲੀ ਵਾਲੇ SGPC ਦੇ ਪ੍ਰਧਾਨ ਸਿਰਸਾ ਜੀ ਸਾਡੇ ਸਾਥੀ ਹੋਣਗੇ। ਕੋਈ ਵੀ ਆਦਮੀ ਇਸ ਪਾਲਿਸੀ ਤੋਂ ਬਾਹਰ ਨਹੀਂ ਜਾਏਗਾ, ਪਰ ਸੈਕੂਲਰਿਜ਼ਮ ਦੇ ਵਿੱਚ ਰਹਿ ਕੇ ਸੇਵਾ ਕਰੇਗਾ ਤੇ ਬਿਲਕੁਲ ਜੋ ਭਾਜਪਾ ਦੀਆਂ ਪਾਲਿਸੀਆਂ ਨੇ ਉਹਦੇ ਮੁਤਾਬਕ ਕੰਮ ਕੀਤਾ ਜਾਏਗਾ। ਉਹਨਾਂ ਤੋਂ ਬਾਹਰ ਨਹੀਂ ਜਾਇਆ ਜਾਏਗਾ। ਆਪਣੀ ਸੁਜੈਸ਼ਨ ਦਿੱਤੀ ਜਾਏਗੀ, ਉਹਨੂੰ ਠੀਕ ਕੀਤਾ ਜਾਏਗਾ। ਜਿੱਥੇ ਜ਼ੋਰ ਦਿਖਾਉਣ ਦੀ ਲੋੜ ਹੋਈ ਉੱਥੇ ਹੱਥ ਜੋੜ ਕੇ ਜ਼ੋਰ ਵੀ ਦਿਖਾਇਆ ਜਾਏਗਾ। ਤੇ ਪ੍ਰੋਮਿਸ ਕਰਦੇ ਹਾਂ ਕਿ ਬਹੁਤ ਵਧੀਆ ਤਰੀਕੇ ਨਾਲ ਇਹ ਪਾਰਟੀ ਚੱਲਦੀ ਹੈ, ਸ਼ਰੀਫ ਲੋਕਾਂ ਦੀ ਪਾਰਟੀ ਹੈ। ਇਹੋ ਹੀ ਪੰਜਾਬ, ਕਰਜ਼ਾਈ ਪੰਜਾਬ ਨੂੰ, ਸੋਨੇ ਦੀ ਚਿੜੀਆਂ ਨੂੰ ਇਹਨਾਂ ਨੇ ਕਰਜ਼ਾਈ ਕਰ ਦਿੱਤਾ। ਇਹੋ ਹੀ ਆਉਣ ਵਾਲੇ ਸਮੇਂ 'ਚ ਇਹਦਾ ਧੋਣਾ ਧੋ ਸਕਦੇ ਨੇ, ਪਿਛਲੇ ਕਰਜ਼ੇ ਮਾਫ ਕਰ ਸਕਦੇ ਨੇ, ਕਿਸਾਨਾਂ ਨੂੰ ਬਹੁਤ ਉੱਪਰ ਲਿਜਾ ਸਕਦੇ ਨੇ।
ਨਵਾਂ ਵਿਜ਼ਨ ਜੋ ਇਸ ਬਜਟ 'ਚ ਆਇਆ ਉਹ 'ਚ ਵੇਖੋ ਕਿਸਾਨਾਂ ਨੂੰ ਕੀ ਕੁਛ ਦਿੱਤਾ। ਇਸ ਕਰਕੇ ਬੱਚੇ ਪੜ੍ਹੇ ਹੋਏ ਨੇ, ਬੇਟੀਆਂ ਪੜ੍ਹੀਆਂ ਹੋਈਆਂ ਨੇ, ਕਿਸਾਨ ਕਿਸੇ ਕੋਲੋਂ ਪਿੱਛੇ ਨਹੀਂ। ਕਿਸਾਨਾਂ ਨੇ ਸ਼ਕਤੀ ਪ੍ਰਦਰਸ਼ਨ ਕਰਕੇ ਆਪਣੇ ਕਾਨੂੰਨ ਵਾਪਸ ਕਰਾਏ ਨੇ, ਉਹਨਾਂ ਦਾ ਧੰਨਵਾਦ। ਅੱਜ ਚੋਣ ਲੜਨ ਜਾ ਰਹੇ ਨੇ, ਉਹਨਾਂ ਨੂੰ ਵਧਾਈ। ਉਹਨਾਂ ਦਾ ਹੱਕ ਆ ਕਿ ਲੋਕਤੰਤਰ 'ਚ ਲੜ ਸਕਦੇ ਨੇ। ਆਓ ਰਲ ਮਿਲ ਕੇ ਪੰਜਾਬ ਬਣਾਈਏ ਤੇ ਭਾਜਪਾ ਦੀ ਸਰਕਾਰ ਲਿਆ ਕੇ ਬੇੜਾ ਬੰਨੇ ਲਾਈਏ। ਕਿੰਨੀਆਂ ਕੁ ਸੀਟਾਂ ਭਾਜਪਾ ਲੈ ਜਾਏਗੀ ਜੀ ਇਸ ਇਲੈਕਸ਼ਨ 'ਚ ਪੰਜਾਬ ਦੀ? ਸਰਕਾਰ ਸਾਡੀ ਬਣੇਗੀ। ਸੀਟਾਂ ਦਾ ਵੇਖੋ ਨਾ, ਚਾਈ ਹੁਣ ਤਾਂ ਟਿਕਟਾਂ ਸਾਡੀਆਂ ਪਰਸੋਂ ਹੋਈਆਂ ਨੇ, ਅਸੀਂ ਕੰਪੇਨ ਸ਼ੁਰੂ ਕਰਤੀ, ਪਰ ਅਸੀਂ ਕੋਈ ਨਵੇਂ ਨਹੀਂ। ਕੈਂਟ ਦੇ ਹਰ ਮਹੱਲੇ, ਹਰ ਵਾਰਡ, ਹਰ ਥਾਂ ਤੇ ਸਾਡੀ 100 ਵਾਰੀ ਹਾਜ਼ਰੀ ਹੈ। ਕੀ ਲੋਕੀ ਫਰਕ ਨਹੀਂ ਪਾਉਣਗੇ ਕਿ ਪ੍ਰਗਟ ਕੀ ਹੈ, ਕਿੱਥੋਂ ਆਇਆ, ਕੀ ਇਹਨੇ ਮੌਜ ਮੇਲਾ ਲਿਆ, ਤੇ ਉਹ ਕੀ ਹੈ ਜਗਵੀਰ ਸਿੰਘ। ਜਿੰਨੀਆਂ ਇਨਲੀਗਲ ਕਲੋਨੀਆਂ ਬਣੀਆਂ ਉਹ 'ਚ MLA ਇਹਨਾਂ ਦੋਨਾਂ ਦੀ ਸੀ, ਤੇ ਇਹ ਦੋਨੋਂ ਜ਼ਿੰਮੇਵਾਰ ਨੇ। ਜਿੰਨੀਆਂ ਨਜਾਇਜ਼ ਕਲੋਨੀਆਂ ਨੂੰ ਨਜਾਇਜ਼ ਸੜਕਾਂ ਬਣਾਈਆਂ ਉਹਦੀ ਇਨਕੁਆਇਰੀ ਖੋਲਾਂਗੇ। ਜਿੰਨੇ ਲੋਕ ਇਨਲੀਗਲ ਕਲੋਨੀਆਂ ਬਣਾਈਆਂ ਉਹਦੀ ਇਨਕੁਆਇਰੀ ਖੋਲਾਂਗੇ। ਜਿਹੜਾ ਲਾਸ ਫੰਡਸ ਹੋਏ ਨੇ ਉਹ ਰਿਕਵਰੀ ਕਰਾਵਾਂਗੇ। ਇਹ ਸਨ BJP ਦੇ ਕੈਂਡੀਡੇਟ, ਜਲੰਧਰ ਕੈਂਟ ਤੋਂ ਕੈਂਡੀਡੇਟ ਸਰਦਾਰ ਸਰਬਜੀਤ ਸਿੰਘ ਮੱਕੜ। ਇਹਨਾਂ ਨਾਲ ਅਸੀਂ ਗੱਲਬਾਤ ਕੀਤੀ, ਇਹਨਾਂ ਦੇ ਵਿਊਜ਼, ਇਹਨਾਂ ਦਾ ਵਿਜ਼ਨ ਅਸੀਂ ਜਾਣਿਆ। ਅਗਲੇ ਪ੍ਰੋਗਰਾਮ 'ਚ ਨਵੇਂ ਕੈਂਡੀਡੇਟ ਨੂੰ ਇੱਕ ਨਵੇਂ ਹਲਕੇ ਜਾ ਕੇ ਤੁਹਾਡੇ ਨਾਲ ਮੁਲਾਕਾਤ ਕਰਾਵਾਂਗੇ, ਤੁਹਾਡੇ ਰੂਬਰੂ ਕਰਾਵਾਂਗੇ। ਉਦੋਂ ਤੱਕ ਦਿਓ ਇਜਾਜ਼ਤ। ਧੰਨਵਾਦ।